ਦਿਲ ਦੇ ਰੋਗੀਆਂ ਲਈ ਤਾਂ ਕਰੇਲਾ ਬਿਹਤਰੀਨ ਸਾਬਤ ਇਹਨਾਂ ਨੇ ਕਰ ਦਿੱਤਾ। ਕੱਚਾ ਕਰੇਲਾ ਸ਼ਹਿਦ ਦੇ ਵਿੱਚ ਡੁਬੋ ਕੇ ਜਾਂ ਉਦੋਂ ਜੈਤੂਨ ਦੇ ਤੇਲ 'ਚ ਡੁਬੋ ਕੇ ਇਹ ਖਾਧਾ ਜਾਂਦਾ ਸੀ ਢਿੱਡ ਪੀੜ ਲਈ। ਇਹਦਾ ਜ਼ਿਕਰ ਮਿਲਦਾ ਜੀ। ਲੇਟੈਸਟ ਜੋ ਰਿਸਰਚ ਅੱਜ ਦੇ ਦਿਨ ਚੱਲ ਰਹੀ ਹੈ ਉਹ HIV AIDS ਦੇ ਮਰੀਜ਼ਾਂ ਦੇ ਉੱਪਰ ਚੱਲ ਰਹੀ ਜੇ। ਗਰਭਵਤੀ ਔਰਤਾਂ ਲਈ ਬਾ ਕਮਾਲ ਹੈ। ਲੋੜੋਂ ਵੱਧ ਖਾਣ ਨਾਲ ਕਈ ਵਾਰ ਅੰਦਰਲੀਆਂ ਜੋ ਨਸਾਂ ਹੁੰਦੀਆਂ ਜੇ ਸੁੰਗੜ ਕੇ ਕਈ ਵਾਰ ਬੱਚੇਦਾਨੀ ਦਾ ਨੁਕਸਾਨ ਵੀ ਕਰ ਸਕਦੀਆਂ ਨੇ। ਜਿਹੜੇ ਉਸ ਸਮੇਂ ਦੇ ਹਕੀਮ ਸੀ ਉਹ ਇਹਨੂੰ ਕੌੜਾ ਮੰਨਦੇ ਕਿ ਇੰਨਾ ਜ਼ਹਿਰ ਵਰਗਾ ਕੌੜਾ ਹੈ, ਸੋ ਢਿੱਡ ਅੰਦਰ ਜੇ ਕੀੜੇ ਨੇ ਤਾਂ ਉਹ ਇਸ ਦੇ ਨਾਲ ਅੰਤੜੀਆਂ ਸਾਰੀਆਂ ਸਾਫ਼ ਹੋ ਜਾਣਗੀਆਂ। ਨਾੜੀਆਂ ਅੰਦਰ ਸਾਡੇ ਜੰਮੇ ਥਿੰਦੇ ਨੇ ਨਾ, ਜੋ ਯਾਨੀ ਨਸਾਂ ਦੇ ਅੰਦਰ ਜੋ ਚੱਪੇ ਜੰਮ ਜਾਂਦੇ ਨੇ, ਉਸ ਨੂੰ ਖੋਰਨ ਲਈ ਇਹਦੇ ਵਿੱਚ ਕਮਾਲ ਦੇ ਫਾਇਦੇ ਦਿਖੇ। ਕਰੇਲੇ ਦੇ ਬੀਜ ਜ਼ਹਿਰੀਲੇ ਵੀ ਲੱਭੇ ਗਏ ਤੇ ਇਹ ਜ਼ਹਿਰ ਨੰਦਪ੍ਰੀਤ ਜੀ ਅਸੀਂ ਆਪ ਪਾਇਆ ਜੀ। ਪ੍ਰਾਈਮ ਏਸ਼ੀਆ ਟੀਵੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਆਨੰਦਪ੍ਰੀਤ ਸਿੰਘ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ ਪ੍ਰਾਈਮ ਹੈਲਥ। ਤੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਾਂ ਬਾਤਾਂ ਕਰੀਦੀਆਂ ਹੈਲਥ ਦੇ ਨਾਲ ਸੰਬੰਧਿਤ, ਤੇ ਦਵਾਈਆਂ ਦਾ ਇਸ ਪ੍ਰੋਗਰਾਮ ਦੇ ਵਿੱਚ ਕੋਈ ਜ਼ਿਕਰ ਨਹੀਂ ਹੁੰਦਾ। ਇਹ ਤੁਹਾਨੂੰ ਮੈਂ ਸ਼ੁਰੂ 'ਚ ਹੀ ਦੱਸਦੇ ਹਾਂ। ਤੇ ਘਰੇਲੂ ਚੀਜ਼ਾਂ ਜਿਹੜੀਆਂ ਅਸੀਂ ਅਕਸਰ ਘਰ ਦੇ ਵਿੱਚ ਵਰਤਦੇ ਹਾਂ ਜਾਂ ਫਿਰ ਵਰਤਣਾ ਛੱਡ ਗਏ ਹਾਂ, ਉਹਨਾਂ ਦੀ ਇੰਪੋਰਟੈਂਸ ਉਹ ਤੁਹਾਨੂੰ ਇਸ ਪ੍ਰੋਗਰਾਮ ਦੇ ਜ਼ਰੀਏ ਸਮਝਾਉਣ ਦੀ ਕੋਸ਼ਿਸ਼ ਹੁੰਦੀ ਹੈ। ਸਮਝਾਉਂਦੇ ਨੇ ਜੀ ਸਾਡੇ ਐਕਸਪਰਟ ਡਾਕਟਰ ਹਰਸ਼ਿੰਦਰ ਕੌਰ ਜੀ। ਤੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ, ਫਿਰ ਕਰਦੇ ਹਾਂ ਇਸ ਪ੍ਰੋਗਰਾਮ ਦੇ ਵਿੱਚ ਅੱਜ ਦੇ ਬੇਹੱਦ ਖਾਸ ਵਿਸ਼ੇ ਦੇ ਉੱਤੇ ਗੱਲਬਾਤ। ਮੈਡਮ, ਇਸ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਅਨਪ੍ਰੀਤ ਜੀ, ਤੇ ਤੁਹਾਡੇ ਰਾਹੀਂ ਸਾਰੇ ਹੀ ਸੁਣਨ ਵਾਲਿਆਂ ਨੂੰ ਜਿਨ੍ਹਾਂ ਦਾ ਬਹੁਤ ਪਿਆਰ ਮਿਲਦਾ ਜੇ, ਬਹੁਤ ਸਤਿਕਾਰ ਮਿਲਦਾ ਜੇ, ਸਾਰਿਆਂ ਨੂੰ ਬਹੁਤ ਨਿੱਘੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿੱਚ ਇੱਕ ਮੈਂ ਬੇਨਤੀ ਕਰਨਾ ਚਾਹੁੰਦਾ ਜੀ। ਉਹ ਬੇਨਤੀ ਇਹ ਹੈ ਕਿ ਇਸ ਪ੍ਰੋਗਰਾਮ ਮੁਤਲਕ ਜਿੰਨੇ ਵੀ ਤੁਹਾਡੇ ਸਵਾਲ ਹੁੰਦੇ ਨੇ ਜਾਂ ਫਿਰ ਕੋਈ ਸੁਝਾਅ ਹੁੰਦੇ ਨੇ, ਉਹਨਾਂ ਨੂੰ ਤੁਸੀਂ ਟਿੱਪਣੀ ਦੇ ਰੂਪ ਦੇ ਵਿੱਚ ਜਾਂ ਸਰ ਸਾਡੀ ਪ੍ਰਾਈਮ ਏਸ਼ੀਆ ਦੀ ਈਮੇਲ ID ਦੇ ਉੱਤੇ ਜ਼ਰੂਰ ਭੇਜ ਸਕਦੇ ਹੋ। ਤਾਂ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਸਵਾਲਾਂ ਦੇ ਜਵਾਬ ਅਸੀਂ ਡਾਕਟਰ ਸਾਹਿਬ ਤੋਂ ਜ਼ਰੂਰ ਅਗਲੇ ਪ੍ਰੋਗਰਾਮ ਦੇ ਵਿੱਚ ਲਈਏ। ਤਾਂ ਕਿਉਂਕਿ ਡਾਕਟਰ ਸਾਹਿਬ ਨੇ ਹੋਰ ਬਥੇਰੇ ਕੰਮ ਕਰਨੇ ਹੁੰਦੇ ਨੇ, ਬਹੁਤ ਰੁਝੇਵੇਂ ਹੁੰਦੇ ਨੇ, ਹੌਸਪੀਟਲ ਵੀ ਇਹਨਾਂ ਨੇ ਜਾਣਾ ਹੁੰਦਾ ਹੈ। ਉਸ ਤੋਂ ਇਲਾਵਾ ਵੀ ਜਿਹੜੇ ਨਿੱਜੀ ਜਿਹੜੇ ਇਹਨਾਂ ਦੇ ਕੰਮਕਾਰ ਬਹੁਤ ਹੁੰਦੇ ਨੇ ਤੇ ਬੜੇ ਇਹ ਬਿਜ਼ੀ ਸ਼ੈਡਿਊਲ ਦੇ ਵਿੱਚੋਂ ਸਾਨੂੰ ਸਮਾਂ ਦਿੰਦੇ ਨੇ। ਤਾਂ ਉਮੀਦ ਕਰਦੇ ਹਾਂ ਕਿ ਇਹਨਾਂ ਨੂੰ ਅਸੀਂ ਫੋਨ ਕਰਕੇ ਨਿੱਜੀ ਤੌਰ ਦੇ ਉੱਤੇ ਪਰੇਸ਼ਾਨ ਨਾ ਕਰਾਂਗੇ, ਪਰ ਪ੍ਰੋਗਰਾਮ ਮੁਤਲਕ ਜਿੰਨੇ ਵੀ ਤੁਹਾਡੇ ਸੁਝਾਅ ਹੋਣਗੇ ਉਹ ਸਾਡੇ ਲਈ ਬੜੇ ਬੇਸ਼ਕੀਮਤੀ ਹੋਣਗੇ। ਤਾਂ ਮੈਡਮ ਬਹੁਤ ਬਹੁਤ ਸਵਾਗਤ ਹੈ ਜੀ। ਕਰੀਏ ਫਿਰ ਅੱਜ ਦੇ ਵਿਸ਼ੇ ਦੇ ਉੱਤੇ ਗੱਲਬਾਤ ਜੀ। ਬਿਲਕੁਲ। ਮੈਂ ਸਾਰੇ ਉਹਨਾਂ ਵੀਰਾਂ ਭੈਣਾਂ ਤੋਂ ਖਿਮਾ ਮੰਗਦੀ ਹਾਂ ਜਿਨ੍ਹਾਂ ਨੂੰ ਮੈਂ ਫੋਨ ਜਿਨ੍ਹਾਂ ਦੇ ਅਟੈਂਡ ਨਹੀਂ ਕਰ ਸਕਦੀ। ਵਾਕਈ ਮੈਂ ਸਿਰਫ ਇੰਨਾ ਕੀ ਦੱਸਣਾ ਚਾਹਾਂਗੀ ਕਿ ਬਤੌਰ ਇੱਕ ਡਾਕਟਰ ਹੁੰਦਿਆਂ, ਇੱਕ ਪ੍ਰੋਫੈਸਰ ਪੱਧਰ ਤੇ ਜਦੋਂ ਤੁਸੀਂ ਕਲਾਸਾਂ ਵੀ ਲੈਣੀਆਂ, ਉਹਨਾਂ ਦੇ ਪੇਪਰ ਵੀ ਲੈਣੇ ਨੇ, ਕੋਈ ਬਹੁਤ ਸੀਰੀਅਸ ਬੱਚਾ ਤੁਹਾਡੇ ਕੋਲ ਮੌਤ ਦੇ ਮੂੰਹ ਵੱਲ ਜਾ ਰਿਹਾ ਹੋਏ, ਉਹਨੂੰ ਬਚਾਉਣ ਲਈ ਵੀ ਤੁਸੀਂ ਜਹਿਦ ਕਰ ਸਕਦੇ ਹੋ। ਰਾਤ ਦੀਆਂ ਐਮਰਜੈਂਸੀਆਂ ਵੀ ਹੁੰਦੀਆਂ ਨੇ। ਉਸ ਤੋਂ ਬਾਅਦ ਜਦੋਂ ਕਦੇ ਆ ਕੇ ਕਿਤੇ ਅੱਖ ਲੱਗਣ ਦੀ ਜਦੋਂ ਬਸ ਨੇੜੇ ਤੇੜੇ ਹੀ ਹੋਵੋ ਤੇ ਫਿਰ ਫੋਨ ਆ ਜਾਂਦੇ ਨੇ। ਤੇ ਫਿਰ ਉਹ ਜਦੋਂ ਮੈਂ ਸਮਝਦੀ ਹਾਂ ਕਿ ਉਹ ਵੀ ਬਹੁਤ ਆਪਣੀ ਬਿਮਾਰੀ ਲਈ ਚਿੰਤਿਤ ਹੁੰਦੇ ਨੇ, ਪਰ ਜਿਸ ਤਰੀਕੇ ਦੀ ਜਦੋਂ ਖਿਮਾ ਮੰਗ ਰਹੇ ਹੋਵੋ ਕਿ ਨਹੀਂ ਇਸ ਵੇਲੇ ਗੱਲ ਕੀਤੀ ਜਾ ਸਕਦੀ, ਜਿਸ ਭੱਦੀ ਸ਼ਬਦਾਵਲੀ ਨਾਲ ਅੱਗੋਂ ਗੱਲ ਕੀਤੀ ਜਾਂਦੀ ਜੇ, ਕਦੇ ਨਾ ਕਦੇ ਅਸੀਂ ਵੀ ਇਨਸਾਨ ਆ, ਦਿਲ ਦੁੱਖ ਜਾਂਦਾ ਹੈ। ਤਾਂ ਮੇਰੀ ਤਾਂ ਹੱਥ ਜੁੜ ਕੇ ਉਹ ਬੇਨਤੀ ਹੈ ਕਿ ਮੈਨੂੰ ਕਿਰਪਾ ਕਰਕੇ ਫੋਨ ਨਾ ਕਰਿਓ। ਮੈਂ ਫੋਨ ਅਟੈਂਡ ਨਹੀਂ ਕਰ ਸਕਦੀ ਕਿਉਂਕਿ ਜਦੋਂ ਤੁਸੀਂ ਕਰ ਰਹੇ ਹੋਵੋ ਜ਼ਰੂਰੀ ਨਹੀਂ ਹੈ ਕਿ ਮੈਂ ਹਮੇਸ਼ਾ ਹੀ ਫ੍ਰੀ ਹੋਵਾਂ। ਤੇ ਮੇਰੇ ਲਈ ਉਸ ਸਮੇਂ ਜੋ ਸਾਹਮਣੇ ਜਾਨ ਜਾ ਰਹੀ ਹੈ ਉਹਨੂੰ ਬਚਾਉਣਾ ਮੇਰੇ ਲਈ ਸਭ ਤੋਂ ਪਹਿਲਾ ਕੰਮ ਹੁੰਦਾ ਜੇ ਕਿ ਉਹ ਜ਼ਰੂਰੀ ਜੇ, ਬਜਾਏ ਕਿ ਮੈਂ ਕਿਸੇ ਨਾਲ ਫੋਨ ਤੇ ਗੱਲਾਂ ਬਾਤਾਂ ਕਰ ਲਵਾਂ। ਸੋ ਜਿੰਨੇ ਸਵਾਲ ਹੋਣਗੇ, ਜਿਵੇਂ ਨੰਦਪ੍ਰੀਤ ਜੀ ਨੇ ਕਿਹਾ, ਬਿਲਕੁਲ ਸਾਰਿਆਂ ਦੇ ਸਵਾਲ ਦੇਵਾਂਗੇ। ਤੁਸੀਂ ਇਹਦੇ ਵਿੱਚ ਪੁੱਛਿਓ। ਜਦੋਂ ਇਹ YouTube ਤੇ ਚੜ੍ਹੇਗੀ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਪਹਿਲਾਂ ਸਾਰੇ ਸਵਾਲਾਂ ਦੇ ਜਵਾਬ ਦਈਏ, ਫੇਰ ਹੀ ਅਸੀਂ ਅਗਲਾ ਪ੍ਰੋਗਰਾਮ ਚੁੱਕੀਏ ਜੀ। ਮੈਮ, ਅੱਜ ਦੇ ਪ੍ਰੋਗਰਾਮ ਦੇ ਅਹਿਮ ਵਿਸ਼ੇ ਦੇ ਉੱਤੇ ਆਉਂਦੇ ਆ। ਤੇ ਕਰੇਲਾ
ਕਰੇਲੇ ਬਾਰੇ ਅਕਸਰ ਜਿਹੜੀਆਂ ਉਹ ਜਦੋਂ ਵੀ ਘਰ ਪਰਿਵਾਰ ਦੇ ਵਿੱਚ ਜਦੋਂ ਅਸੀਂ ਨਿੱਕੇ ਹੁੰਦੇ ਸੀ ਕਰੇਲਾ ਬਣਦਾ ਸੀ ਤਾਂ ਕਈ ਵਾਰ ਤਾਂ ਅਸੀਂ ਬੜੇ ਚਾਅ ਮਲਾਰ ਦੇ ਨਾਲ ਖਾ ਲੈਣਾ ਅਤੇ ਕਈ ਵਾਰ ਕਰੇਲੇ ਤੋਂ ਨੱਕ ਬੁੱਲ੍ਹੇ ਚੜਾਉਣੇ। ਅਤੇ ਅੱਜ ਤੁਸੀਂ ਇਹਦੇ ਫਾਇਦੇ ਗਿਣਾਉਣੇ ਨੇ ਅਤੇ ਫਾਇਦੇ ਵੀ ਉਹ ਗਿਣਾਉਣੇ ਨੇ ਜਿਹੜੇ ਸਾਨੂੰ ਕਦੇ ਕਿਸੇ ਨੇ ਦੱਸੇ ਨਹੀਂ। ਤਾਂ ਕਰੋ ਜੀ ਫਿਰ ਸ਼ੁਰੂਆਤ। ਜੀ, ਸਭ ਤੋਂ ਪਹਿਲਾਂ ਤਾਂ ਅਨੰਤਪ੍ਰੀਤ ਮੈਂ ਇਹ ਦੱਸ ਦਿਆਂ ਕਿ ਕੁਝ ਕਹਾਵਤਾਂ ਬੜੀਆਂ ਕਮਾਲ ਦੀਆਂ ਸਾਡੇ ਬਣੀਆਂ ਹੋਈਆਂ ਨੇ ਕਿ ਇੱਕ ਕਰੇਲਾ ਤੇ ਉੱਤੋਂ ਨਿੰਮ ਚੜਿਆ। ਤੋ ਅਸੀਂ ਇਹੋ ਜਿਹੀਆਂ ਸ਼ਖਸੀਅਤਾਂ ਤੋਂ ਰੱਬ ਹੀ ਬਚਾਏ ਕਿ ਜਿਹੜੀਆਂ ਪਹਿਲਾਂ ਹੀ ਕਰੇਲੇ ਵਰਗੀਆਂ ਨੇ ਉੱਤੋਂ ਨਿੰਮ ਚੜੀਆਂ ਵੀ ਹੋ ਜਾਂਦੀਆਂ ਨੇ। ਸੋ ਰੱਬ ਸਾਰਿਆਂ ਨੂੰ ਹੀ ਇਹੋ ਜਿਹਿਆਂ ਤੋਂ ਬਚਾਏ। ਪਰ ਕਰੇਲੇ ਦੇ ਬਾਰੇ ਮੈਂ ਤਾਂ ਸੱਚੀ ਕਹਿਣਾ ਚਾਹਾਂਗੀ ਕਿ ਕਿੰਨਾ ਵਿਚਾਰਾ ਦੁਖੀ ਹੁੰਦਾ ਹੋਏਗਾ ਕਿ ਮੈਂ ਤਾਂ ਮਨੁੱਖੀ ਜਾਨ ਨੂੰ ਬਚਾਉਣ ਲਈ ਵਾਹ ਲਾਈ ਪਈ ਹੈ ਤੇ ਇਹ ਜਿਹੜਾ ਸਭ ਤੋਂ ਮਾੜਾ ਇਨਸਾਨ ਦੇਖਦੇ ਨੇ ਉਹਨੂੰ ਮੇਰੇ ਦੇ ਨਾਲ ਜੋੜ ਦਿੰਦੇ ਨੇ। ਪਈ ਇਹ ਤਾਂ ਬਿਲਕੁਲ ਉੱਕਾ ਹੀ ਗਲਤ ਗੱਲ ਏ। ਸੋ ਮੇਰਾ ਖਿਆਲ ਹੈ ਅੱਜ ਦੇ ਪ੍ਰੋਗਰਾਮ ਤੋਂ ਬਾਅਦ ਕਿਸੇ ਬੰਦੇ ਨੂੰ ਜਦੋਂ ਅਸੀਂ ਕਰੇਲੇ ਦੇ ਨਾਲ ਵੇਚਾਂਗੇ ਨਾ ਤਾਂ 2-3 ਵਾਰ ਸੋਚਾਂਗੇ ਵੀ ਇਹ ਬੜਾ ਫਾਇਦੇਮੰਦ ਜੇ। ਤੋ ਇਸੇ ਕਾਰਨ ਸੋਚ ਸਮਝ ਕੇ ਕਿਸੇ ਤੇ ਉਂਗਲ ਚੁੱਕਾਂਗੇ। ਦੂਜੀ ਅਹਿਮ ਗੱਲ ਮੈਂ ਜ਼ਰੂਰ ਸਾਂਝੀ ਕਰਦੇ ਇਸ ਤੋਂ ਪਹਿਲਾਂ ਕਿ ਸਾਰੇ ਫਾਇਦੇ ਗਿਣਾਈਏ। ਸ਼ਾਇਦ ਕਈਆਂ ਦੇ ਦਿਮਾਗ ਵਿੱਚ ਇਹ ਗਿਆ ਹੋਇਆ ਕਿ ਮੈਂ ਆਯੁਰਵੈਦਿਕ ਡਾਕਟਰ ਹਾਂ। ਮੈਂ ਬਿਲਕੁਲ ਆਯੁਰਵੈਦਿਕ ਡਾਕਟਰ ਨਹੀਂ ਹਾਂ। ਮੈਂ MBBS MD ਮੈਂ ਚਾਈਲਡ ਸਪੈਸ਼ਲਿਸਟ ਹਾਂ ਬੱਚਿਆਂ ਦੀ। ਸੋ ਐਲੋਪੈਥਿਕ ਡਾਕਟਰ ਹਾਂ। ਇਸ ਲਈ ਸਿਰਫ ਉਹ ਚੀਜ਼ਾਂ ਸਾਂਝੀਆਂ ਕਰਦੇ ਹਾਂ ਜਿਹੜੀਆਂ ਖੋਜਾਂ ਹੋ ਚੁੱਕੀਆਂ ਨੇ ਮਨੁੱਖਾਂ ਦੇ ਉੱਪਰ, ਜਿਨ੍ਹਾਂ ਉੱਤੇ ਦਵਾਈਆਂ ਬਣ ਚੁੱਕੀਆਂ ਨੇ ਸਾਡੀਆਂ ਇਸ ਵੇਲੇ ਐਲੋਪੈਥਿਕ, ਜੋ ਵਾਕਈ ਅਸਰ ਵਿਖਾ ਚੁੱਕੀਆਂ ਨੇ। ਸਿਰਫ ਓਨੇ ਤੱਕ ਹੀ ਸਾਡੀ ਇਹ ਖੋਜ ਹੀ ਸੀਮਤ ਰਹਿੰਦੀ ਜੇ ਜਿਸ ਦੇ ਆਧਾਰ ਉੱਤੇ ਇਹ ਖੋਜਾਂ ਛਪਦੀਆਂ ਨੇ ਇੰਟਰਨੈਸ਼ਨਲ ਜਰਨਲਸ ਉੱਪਰ। ਸੋ ਜੀ ਇਸ ਤੋਂ ਬਾਅਦ ਦੀਆਂ ਜੇ ਕਿਸੇ ਨੂੰ ਕੋਈ ਹੋਰ ਕੋਈ ਚੀਜ਼ਾਂ ਪੁੱਛਣਾ ਚਾਹਵੇ ਤਾਂ ਉਹ ਮੇਰੇ ਇਖਤਿਆਰ ਵਿੱਚ ਨਹੀਂ ਹੋਣਗੀਆਂ ਕਿਉਂਕਿ ਮੈਂ ਆਪ ਖੋਜ ਕੀਤੀ ਨਹੀਂ। ਤੇ ਜਿੰਨੀ ਕੁ ਖੋਜ ਹੈ ਓਨੇ ਅੰਗਾਂ ਦੇ ਉੱਪਰ ਹੀ ਅਸੀਂ ਦੱਸ ਸਕਾਂਗੇ। ਕੁਝ ਪਿਛਾਂਹ ਲੈ ਚੱਲੀਏ, 14ਵੀਂ ਸਦੀ ਵਿੱਚ ਜ਼ਿਕਰ ਮਿਲਦਾ ਹੈ ਜਿਸ ਕਾਰਨ ਖੋਜਾਂ ਕਿਉਂ ਸ਼ੁਰੂ ਹੋਈਆਂ ਉਹਦਾ ਦੱਸ ਦਿੰਦੇ ਹਾਂ। ਜਦੋਂ ਭਾਰਤ ਵਿੱਚੋਂ ਇਹ ਚੀਨ ਵਿੱਚ ਲਿਜਾਇਆ ਗਿਆ, ਮੰਨਿਆ ਜਾਂਦਾ ਹੈ ਕਿ ਇਹਦੀ ਉਪਜ ਭਾਰਤ ਵਿੱਚੋਂ ਹੈ। ਜੇ ਕਿਸੇ ਨੂੰ ਲੱਗਦਾ ਕੋਈ ਹੋਰ ਉਹਨਾਂ ਕੋਲ ਜਾਣਕਾਰੀ ਹੋਏ ਜ਼ਰੂਰ ਸਾਂਝੀ ਕਰਿਓ। ਤਾਂ ਜਿੰਨਾ ਕੁ ਲੱਭ ਸਕੇ ਉਹਦੇ ਵਿੱਚ ਇਹੋ ਲਿਖਿਆ ਮਿਲਿਆ ਕਿ ਉਪਜ ਭਾਰਤ ਦੀ ਸੀ, 14ਵੀਂ ਸਦੀ ਚ ਚੀਨ ਚ ਲਿਜਾਇਆ ਗਿਆ ਤੇ ਫਿਰ ਇਹਦੇ ਫਾਇਦੇ ਜਦੋਂ ਵੇਖੇ ਗਏ ਉਦੋਂ ਇਹਨਾਂ ਨੇ ਇਸ ਤੋਂ ਹੌਲੀ ਹੌਲੀ ਜੋ ਪਹਿਲੀ ਚੀਜ਼ ਲੱਭੀ, ਅੱਜ ਤਾਂ ਸੋਚ ਕੇ ਵੀ ਅਜੀਬ ਜਿਹਾ ਲੱਗਦਾ ਹੈ ਕਿ ਪੇਟ ਦੇ ਦਰਦ ਯਾਨੀ ਢਿੱਡ ਪੀੜ ਲਈ ਜੋ ਸਭ ਤੋਂ ਪਹਿਲਾਂ ਇਹਦੀ ਵਰਤੋਂ ਕੀਤੀ ਗਈ, ਉਦੋਂ ਕੌੜਾ ਇੰਨਾ ਸੀ ਇਹ ਕਿ ਕੱਚਾ ਕਰੇਲਾ ਸ਼ਹਿਦ ਦੇ ਵਿੱਚ ਡੁਬੋ ਕੇ ਜਾਂ ਉਦੋਂ ਜੈਤੂਨ ਦੇ ਤੇਲ ਚ ਡੁਬੋ ਕੇ ਇਹ ਖਾਧਾ ਜਾਂਦਾ ਸੀ ਢਿੱਡ ਪੀੜ ਲਈ। ਇਹਦਾ ਜ਼ਿਕਰ ਮਿਲਦਾ ਜੇ ਕਿਉਂ ਇਹ ਖੋਜ ਅੱਗੋਂ ਸ਼ੁਰੂ ਹੋਈ। ਉਦੋਂ ਜਿਹੜੇ ਉਸ ਸਮੇਂ ਦੇ ਹਕੀਮ ਸੀ ਉਹ ਇਹਨੂੰ ਕੌੜਾ ਮੰਨਦੇ ਕਿ ਇੰਨਾ ਜ਼ਹਿਰ ਵਰਗਾ ਕੌੜਾ, ਸੋ ਢਿੱਡ ਅੰਦਰ ਜੇ ਕੀੜੇ ਨੇ ਤਾਂ ਉਹ ਇਸਦੇ ਨਾਲ ਅੰਤੜੀਆਂ ਸਾਰੀਆਂ ਸਾਫ਼ ਹੋ ਜਾਣਗੀਆਂ। ਤੇ ਉਹਨਾਂ ਨੇ ਅਜ਼ਮਾਏ ਵੀ ਨੁਸਖੇ ਜੋ ਇਹਨੂੰ ਨਾ ਸਿਰਫ ਸੁਕਾ ਕੇ ਪੀਸ ਕੇ ਬਹੁਤ ਕੁਛ ਇਹਦਾ ਕਰਕੇ ਉਹਨਾਂ ਸਮਿਆਂ ਵਿੱਚ ਢਿੱਡ ਪੀੜ ਲਈ ਇਹ ਜ਼ਰੂਰ ਕੱਚਾ ਕਰੇਲਾ ਖਾਧਾ ਜਾਂਦਾ ਸੀ, ਜਿਸ ਵਿੱਚ ਮੈਂ ਜਿਵੇਂ ਦੱਸਿਆ ਕਿ ਸ਼ਹਿਦ ਨਾਲ ਡੁਬੋ ਕੇ ਜਾਂ ਜੈਤੂਨ ਦੇ ਤੇਲ ਵਿੱਚ। ਹੁਣ ਇਹ ਖੋਜ ਜਦੋਂ ਅਖੀਰ ਸ਼ੁਰੂ ਹੋਈ ਉਸ ਤੋਂ ਪਹਿਲਾਂ 2-3 ਹੋਰ ਜੋ ਨੁਸਖੇ ਉਸ ਤੋਂ ਪਹਿਲਾਂ ਚੱਲਦੇ ਸਨ ਉਹ ਵੀ ਕਮਾਲ ਸਨ। ਮੈਂ ਬਿਲਕੁਲ ਇਹਨਾਂ ਨੁਸਖਿਆਂ ਦੀ ਹਾਮੀ ਨਹੀਂ ਭਰਦੀ, ਸਿਰਫ ਸ਼ੇਅਰ ਕਰਨ ਲੱਗੀਆਂ ਕਿ ਇੰਨਾ ਕੌੜਾ ਵੀ ਕਦੇ ਕੋਈ ਖਾ ਸਕਦਾ ਹੁੰਦਾ ਕਿ ਉਦੋਂ ਕਰੇਲੇ ਦੇ ਪੱਤਿਆਂ ਨੂੰ ਮਲੇਰੀਏ ਵਾਸਤੇ, ਕਿਉਂਕਿ ਉਦੋਂ ਮਲੇਰੀਏ ਦੀ ਦਵਾਈ ਨਹੀਂ ਸੀ, ਜੀ ਸੋ ਇਸ ਕਾਰਨ ਕਰੇਲੇ ਦੇ ਪੱਤਿਆਂ ਨੂੰ ਉਬਾਲ ਕੇ ਉਹਦੀ ਚਾਹ ਬਣਾ ਕੇ ਪੀਂਦੇ ਸਨ, ਜ਼ਹਿਰ ਵਰਗੀ ਕੌੜੀ ਚਾਹ। ਸੋ ਕੁਝ ਲੋਕ ਉਸ ਚ ਲਸਣ, ਲੂਣ ਤੇ ਥੋੜੀ ਜਿਹੀ ਖੰਡ ਪਾ ਕੇ ਲੈਂਦੇ ਸਨ। ਸੋ ਇਹ ਉਹਨਾਂ ਸਮਿਆਂ ਵਿੱਚ, ਪੁਰਾਣੇ ਸਮਿਆਂ ਵਿੱਚ ਯਾਨੀ ਢਿੱਡ ਪੀੜ ਤੇ ਮਲੇਰੀਏ ਲਈ ਇਹ ਵਰਤੀ ਜਾਂਦੀ ਰਹੀ। ਜੀ ਹੁਣ ਮੈਂ ਸਪਸ਼ਟ ਕਰਦਿਆਂ ਕਿ ਮਲੇਰੀਏ ਦੀ ਦਵਾਈ ਰੱਬ ਦਾ ਵਾਸਤਾ ਜੇ ਹੋ ਗਿਆ ਜ਼ਰੂਰ ਖਾਇਓ, ਇਕੱਲੇ ਕਰੇਲਿਆਂ ਤੇ ਨਾ ਰਹਿ ਜਾਇਓ। ਪਰ ਜਿਸ ਤਰੀਕੇ ਦੀ ਇਹਦੇ ਹੋਰ ਕੁਝ ਫਾਇਦੇ ਜਿਨ੍ਹਾਂ ਨੂੰ ਕਿਉਂਕਿ ਅਸੀਂ ਹੁਣ ਦਵਾਈ ਦੇ ਰੂਪ ਵਿੱਚ ਵੀ ਇਹ ਵਰਤਿਆ ਜਾਣ ਲੱਗ ਗਿਆ, ਉਹ ਜ਼ਰੂਰ ਸਾਂਝੇ ਕਰਦੇ ਹਾਂ। ਇਹਦੇ ਵਿੱਚ ਕੁਝ
ਜਿਵੇਂ ਜਿਹੜੇ ਟੱਟੀਆਂ ਲਾ ਦਿੰਦੇ ਨੇ ਉਹਨਾਂ ਕੀਟਾਣੂਆਂ ਉੱਤੇ ਇਹਦੇ ਦੇਖਿਆ ਗਿਆ, ਕਿਉਂਕਿ ਸ਼ੁਰੂ ਹੀ ਉੱਥੋਂ ਹੋਈ ਸੀ ਕਿ ਢਿੱਡ ਦੇ ਕੀੜੇ ਮਾਰਨ ਲਈ ਲੈ ਰਹੇ ਨੇ। ਸੋ ਉਹ ਕੁਝ ਕੀਟਾਣੂ ਦੇਖਿਆ ਗਿਆ ਕਿ ਜਦੋਂ ਕਰੇਲੇ ਦਾ ਰਸ ਪੀਣ ਨਾਲ ਉਹ ਅੰਤੜੀਆਂ ਬੜੀ ਖੂਬਸੂਰਤ ਤਰੀਕੇ ਨਾਲ ਠੀਕ ਹੋਈਆਂ। ਦਵਾਈਆਂ ਦੂਜੀਆਂ ਚੱਲ ਰਹੀਆਂ ਸਨ, ਜੀ ਪਰ ਜਿਨ੍ਹਾਂ ਦੇ ਨਾਲ ਇਹ ਕਰੇਲੇ ਦਾ ਚਮਚੇ 2 ਚਮਚੇ ਪੀ ਰਹੇ, ਔਖੇ ਸੌਖੇ ਜਿਵੇਂ ਵੀ ਲੰਘਾਏ ਹੋਣੇ, ਰੱਬ ਹੀ ਜਾਣੇ, ਜੀ ਕੌੜਾ ਇੰਨਾ ਜ਼ਿਆਦਾ ਹੁੰਦਾ ਜੇ, ਉਹਨਾਂ ਦੇ ਵਿੱਚ ਇਹ ਦੇਖਿਆ ਗਿਆ ਕਿ ਉਹਨਾਂ ਨੂੰ ਅਸਰ ਥੋੜਾ ਛੇਤੀ ਹੋਇਆ। ਜੀ ਸੋ ਇਹਨਾਂ ਤੋਂ ਅਗਾਂਹ ਫਿਰ ਖੋਜ ਜੋ ਆਰੰਭੀ ਗਈ, ਉਹ ਗੱਲ ਵਾਕਈ ਬੜੀ ਕਮਾਲ ਦੀ ਜੇ, ਕਿਉਂਕਿ ਇਸੇ ਦੇ ਆਧਾਰ ਉੱਤੇ, ਕਿਉਂਕਿ ਇਹ ਕਾਫੀ ਸਾਰੇ ਕੀਟਾਣੂ ਮਾਰ ਦਿੰਦਾ ਸੀ, ਕਈ ਕਿਸਮ ਦੇ ਚਿਕਨ ਪੌਕਸ, ਖਸਰੇ ਦੇ ਉੱਤੇ ਵੀ, ਫਿਰ ਹਰਪੀਜ਼, ਕਈ ਕਿਸਮ ਦੇ ਬੈਕਟੀਰੀਆ ਉੱਤੇ ਕਾਫੀ ਖੋਜਾਂ ਇਹਦੀਆਂ ਚੱਲ ਰਹੀਆਂ ਨੇ ਤੇ ਅਸਰਦਾਰ ਦਿਖ ਰਹੀਆਂ ਨੇ ਕਿ ਇਕੱਲਾ ਕਰੇਲਾ ਤਾਂ ਨਹੀਂ, ਪਰ ਜਦੋਂ ਬਾਕੀ ਦਵਾਈਆਂ ਦੇ ਨਾਲ ਇਹ ਲਿਆ ਜਾਵੇ ਤਾਂ ਅਸਰ ਛੇਤੀ ਹੁੰਦਾ ਜੇ। ਹੁਣ ਉਹਦੇ ਵਿੱਚ ਲੇਟੈਸਟ ਜੋ ਰਿਸਰਚ ਅੱਜ ਦੇ ਦਿਨ ਚੱਲ ਰਹੀ ਹੈ ਉਹ HIV ਏਡਸ ਦੇ ਮਰੀਜ਼ਾਂ ਦੇ ਉੱਪਰ ਚੱਲ ਰਹੀ ਜੇ, ਕਿ ਜੇ ਬਾਕੀ ਕਿਸਮ ਦੇ ਕੀਟਾਣੂਆਂ ਤੇ ਕੁਝ ਅਸਰ ਦਿਖਾ ਰਿਹਾ ਜੇ ਤਾਂ ਕੀ ਬਾਕੀ ਦਵਾਈਆਂ ਚੱਲਦੇ ਹੋਣ ਦੇ ਨਾਲੋਂ ਨਾਲ ਕਰੇਲੇ ਲੈਣ ਨਾਲ ਕੋਈ ਫਰਕ ਪਏਗਾ ਜਾਂ ਨਹੀਂ। ਦਿਲ ਦੇ ਵਾਸਤੇ ਇਹ ਖੋਜ ਬੜੀ ਕਮਾਲ ਦੀ ਸਾਬਤ ਹੋ ਚੁੱਕੀ ਹੈ, ਕਿਉਂਕਿ ਇਹ ਖੋਜ ਦਰਅਸਲ ਜਿਹੜੀ ਦਿਲ ਵਾਸਤੇ ਹੋਈ ਸੀ ਨਾ, ਉਹਦੇ ਵਿੱਚ ਉਹਨਾਂ ਨੇ ਇਹ ਦੇਖਿਆ ਕਿ ਜਿਹੜੇ ਬੀਜ ਨੇ ਕਰੇਲੇ ਦੇ ਉਹ ਬਹੁਤ ਫਾਇਦੇਮੰਦ ਨੇ। ਹੁਣ ਇਹਦੀਆਂ ਗੋਲੀਆਂ ਕਿਉਂਕਿ ਆ ਚੁੱਕੀਆਂ, ਜੀ ਇਸ ਲਈ ਮੈਂ ਉਹ ਖੋਜ ਸਾਂਝੀ ਕਰਨ ਲੱਗੀ ਹਾਂ ਜਿਹੜੀ ਸੰਪੂਰਨ ਹੋ ਚੁੱਕੀ। ਹੁਣ ਉਹਨਾਂ ਨੇ ਜੋ ਨਾੜੀਆਂ ਅੰਦਰ ਸਾਡੇ ਜੰਮੇ ਥਿੰਦੇ ਨੇ ਨਾ, ਜੋ ਯਾਨੀ ਨਸਾਂ ਦੇ ਅੰਦਰ ਜੋ ਚੱਪੇ ਜੰਮ ਜਾਂਦੇ ਨੇ, ਉਸ ਨੂੰ ਖੋਰਨ ਲਈ ਇਹਦੇ ਵਿੱਚ ਕਮਾਲ ਦੇ ਫਾਇਦੇ ਦਿਖੇ ਜੀ ਇਹਦੇ ਬੀਜਾਂ ਨਾਲ। ਹੁਣ ਉਸ ਤੋਂ ਗੋਲੀਆਂ ਬਣਾ ਦਿੱਤੀਆਂ ਗਈਆਂ ਕਿ ਜਿਹੜੇ ਕੌੜੇ ਇਹਨਾਂ ਨੂੰ ਮੰਨ ਕੇ ਨਹੀਂ ਖਾ ਸਕਦੇ, ਉਹਦੇ ਕੈਪਸੂਲਸ ਵੀ ਅਵੇਲੇਬਲ ਨੇ। ਉਹਨਾਂ ਦੇ ਦੇਖਿਆ ਗਿਆ ਕਿ ਨਾ ਸਿਰਫ ਅੰਦਰ ਜੋ ਜੰਮੇ ਹੋਏ ਝੱਪੇ ਘਟਾਉਂਦਾ ਜੇ, ਬਲਕਿ ਸੋਜ਼ਿਸ਼ ਕਰਨ ਵਾਲੇ ਸੈੱਲ ਵੀ ਘਟਾ ਦਿੰਦਾ ਜੇ। ਸੋ ਦਿਲ ਦੇ ਰੋਗੀਆਂ ਲਈ ਤਾਂ ਕਰੇਲਾ ਬਿਹਤਰੀਨ ਸਾਬਤ ਇਹਨਾਂ ਨੇ ਕਰ ਦਿੱਤਾ। ਆਪਾਂ ਬਾਅਦ ਚ ਗੱਲ ਕਰਾਂਗੇ ਕਿੰਨੀ ਡੋਜ਼, ਪਹਿਲਾਂ ਮੈਂ ਥੋੜੇ ਜਿਹੇ ਫਾਇਦੇ ਗਿਣਾ ਦਿਆਂ। ਜੀ ਹੁਣ ਜਿੱਥੋਂ ਤੱਕ ਸ਼ੱਕਰ ਰੋਗੀਆਂ ਦੀ ਗੱਲ ਹੈ, ਇਹ ਜੇ ਮੈਂ ਤੁਹਾਨੂੰ ਖੋਜ ਚੁੱਕ ਕੇ ਦੱਸਾਂ, ਮਤਲਬ ਤੁਸੀਂ ਹੈਰਾਨ ਹੀ ਹੋ ਜਾਓਗੇ। ਮੈਨੂੰ ਲੱਗਦਾ ਸ਼ੱਕਰ ਰੋਗੀਆਂ ਲਈ ਤਾਂ ਉਹਨੇ ਇੱਥੋਂ ਤੱਕ ਕਹਿ ਦਿੱਤਾ ਕਿ ਜੇ ਅਜੇ ਤੁਸੀਂ ਪ੍ਰੀ ਡਾਇਬਟਿਕ ਹੋ ਜਾਂ ਬਿਲਕੁਲ ਸ਼ੁਰੂਆਤੀ ਦੌਰ ਵਿੱਚ ਹੋ ਕਿ ਥੋੜੀ ਹੈ, ਤਾਂ ਕਰੇਲੇ ਦੇ ਵਿੱਚ ਇੱਕ ਇਹਦੇ ਬੀਜਾਂ ਵਿੱਚ ਪੋਲੀਪੈਪਟਾਈਡ ਜੇ, ਜੋ ਸਾਡੀ ਇਨਸਾਨੀ ਬਣਾਈ, ਜੋ ਸਾਡੀ ਇਨਸੂਲਿਨ ਦੇ ਨੇੜੇ ਤੇੜੇ, ਜੋ ਬੋਵਾਈਨ ਇਨਸੂਲਿਨ ਸਾਡੀ ਅੱਜ ਜਾਨਵਰਾਂ ਤੋਂ ਬਣੀ ਵਰਤੀ ਜਾਂਦੀ ਜੇ ਇਨਸੂਲਿਨ, ਐਗਜ਼ੈਕਟ ਉਹੀ ਪਿਕਚਰ ਉਹਦੇ ਵਿੱਚੋਂ ਸਾਨੂੰ ਲੱਭੀ। ਤੁਸੀਂ ਸੋਚ ਹੀ ਸਕਦੇ ਹੋ ਕਿ ਕੁਦਰਤੀ ਇਨਸੂਲਿਨ ਇੱਕ ਤਰੀਕੇ ਅਸਰ ਦਿਖਾਉਂਦਾ ਹੋਏ ਕੋਈ ਏਡੀ ਜ਼ਬਰਦਸਤ ਦਵਾਈ ਵੀ ਹੋ ਸਕਦੀ ਹੈ। ਜੀ ਯਾਨੀ ਇੱਕ ਮੈਡੀਕਲ ਖੋਜ ਵਿੱਚ ਇਹਨੂੰ ਧਮਾਕਾ ਗਿਣਿਆ ਜਾ ਸਕਦਾ। ਮੈਂ ਥੋੜਾ ਜਿਹਾ ਸਪਸ਼ਟ ਕਰ ਦਿਆਂ ਅਨੰਤਪ੍ਰੀਤ ਜੀ, ਕਿ ਜਿਨ੍ਹਾਂ ਨੂੰ ਲੱਗਦਾ ਹੈ ਕਿ ਭਾਰਤ ਬਹੁਤ ਪਿਛਾਂਹ ਖਿੱਚੂ ਹੈ ਜਾਂ ਇਸ ਦੇ ਵਿੱਚ ਉਸ ਪੱਧਰ ਦੀਆਂ ਖੋਜਾਂ ਨਹੀਂ ਹੋਈਆਂ ਜੋ ਅੱਜ ਵਿਸ਼ਵ ਪੱਧਰੀ ਹੋ ਰਹੀਆਂ ਨੇ, ਸਿਰਫ ਉਹ ਗੱਲ ਸਪਸ਼ਟ ਕਰਨ ਦੀ ਮੈਂ ਕੋਸ਼ਿਸ਼ ਕਰਨਾ ਚਾਹ ਰਹੀ ਹਾਂ ਕਿ ਇੱਥੋਂ ਦੀ ਉਪਜ ਸੀ ਕਰੇਲਾ, ਤੇ ਜਿੰਨੀਆਂ ਵੀ ਖੋਜਾਂ ਹੋਈਆਂ ਸਨ ਜਦੋਂ ਵਰਤੋਂ ਵਿੱਚ ਸੀ, ਉਹ ਭਾਰਤੀ ਦਵਾਈ ਜਿਸ ਤਰੀਕੇ ਦੀ ਸੀ ਉਸ ਸਮੇਂ ਦੀ ਪੁਰਾਤਨ ਉਦੋਂ ਹੀ ਸ਼ੁਰੂ ਹੋਈਆਂ ਸਨ, ਜਦੋਂ ਕਿ ਇੰਨਾ ਐਡਵਾਂਸਡ ਮੈਡੀਕਲ ਸਿਸਟਮ ਜੋ ਅੱਜ ਦਿਖਾਇਆ ਜਾ ਰਿਹਾ ਹੈ, ਇਹਦਾ ਮਤਲਬ ਹੈ ਉਸ ਪੱਧਰ ਦਾ ਉਦੋਂ ਸੀ, ਜੋ ਅਰਬ ਹਮਲਾਵਰਾਂ ਨੇ ਤਹਿਸ ਨਹਿਸ ਫੇਰ ਦਿੱਤਾ। ਤੇ ਹੁਣ ਇਹੀ ਚੀਜ਼ਾਂ ਜੋ ਖੋਜਾਂ ਇੱਥੋਂ ਲੁੱਟ ਕੇ ਉਹ ਲੈ ਗਏ ਸਨ ਸਾਡੇ ਕਿਤਾਬਾਂ, ਉਹ ਸਾਰਾ ਕੁਝ ਉਹੀ ਨੁਸਖੇ ਹੁਣ ਦੁਬਾਰਾ ਸਾਨੂੰ ਅੰਗਰੇਜ਼ੀ ਵਿੱਚ ਪੜ੍ਹਾ ਕੇ ਖੋਜਾਂ ਰਾਹੀਂ ਸਾਬਤ ਕਰ ਰਹੇ ਨੇ ਜੋ ਜੀ ਸਭ ਕੁਝ ਠੀਕ ਹੈ। ਪਰ ਕਦੇ ਨਾ ਕਦੇ ਜਿੱਥੇ ਸਾਨੂੰ ਫਖਰ ਹੋਣਾ ਚਾਹੀਦਾ ਕਿ ਅਸੀਂ ਇਸੇ ਥਾਂ ਦੀ, ਅਸੀਂ ਵੀ, ਸਾਡੀ ਜਨਮ ਭੂਮੀ ਹੈ ਤੇ ਸਾਡੇ ਇਹ ਖੋਜ ਵਾਕਈ ਅੱਜ ਕਮਾਲ ਦਾ ਅਸਰ ਦਿਖਾ ਰਹੀ ਹੈ, ਕਿਉਂਕਿ ਪੁਰਾਣੇ ਅਣਗਿਣਤ, ਇੱਕ ਅੱਧ ਨਹੀਂ ਅਣਗਿਣਤ ਨੇ ਜਿਨ੍ਹਾਂ ਥਾਵਾਂ ਤੇ ਖੋਜਾਂ ਛਪੀਆਂ ਅਸੀਂ ਦੇਖ ਸਕਦੇ ਹਾਂ ਪੁਰਾਣੀਆਂ, ਕਿ ਭਾਰਤ ਦੇ ਵਿੱਚ ਡਾਇਬਟਿਕਸ ਲਈ, ਖਾਸ ਤੌਰ ਤੇ ਸ਼ੱਕਰ ਰੋਗੀਆਂ ਲਈ ਕਰੇਲਾ ਇੱਕ ਬਿਹਤਰੀਨ ਸੌਗਾਤ ਸਾਬਤ ਹੋ ਚੁੱਕਿਆ। ਉਹਨਾਂ ਬਿਲਕੁਲ ਵਿੱਚੋਂ ਠੀਕ ਸਾਬਤ ਜੀ ਤੱਕ ਆ ਗਿਆ
ਇੱਕ ਤਾਂ ਇਨਸੂਲਿਨ ਵਰਗਾ ਹੀ ਅਸਰ ਦਿਖਾਉਂਦਾ ਜੇ, ਜੀ ਐਗਜ਼ੈਕਟ ਉਹੀ ਉਹਦੀ ਬਣਤਰ ਨਿਕਲਦੀ ਜੇ ਜੋ ਇਹਦੇ ਵਿਚਲਾ ਪੋਲੀਪੈਪਟਾਈਡ ਹੈ। ਹੁਣ ਦੂਸਰੀ ਚੀਜ਼, ਇਹਦੇ ਵਿੱਚ ਕੁਦਰਤੀ ਨੇ ਜੋ ਕੈਰੈਂਟਿਨ ਨੇ ਤੇ ਇੱਕ ਇਸ ਤਰ੍ਹਾਂ ਹੀ ਕੁਝ ਹੋਰ ਤੱਤ ਜੋ ਜੋ ਸਾਡੇ ਅੰਦਰ ਸਰੀਰ ਦੇ ਅੰਦਰ ਵਾਧੂ ਸ਼ੱਕਰ ਦੀ ਮਾਤਰਾ ਘਟਾ ਦਿੰਦੇ ਨੇ ਸਿੱਧੇ ਤੌਰ ਤੇ, ਜੀ ਯਾਨੀ ਆਪਣੇ ਆਪ ਹੀ, ਕਿ ਉਹ ਇਸ ਚੀਜ਼ ਨੂੰ ਯਾਨੀ ਜਿਸ ਤਰ੍ਹਾਂ ਦੀ ਲਹੂ ਦੇ ਅੰਦਰ ਸ਼ੱਕਰ ਦੀ ਮਾਤਰਾ ਵਧੀ ਦਿਸਦੀ ਹੈ, ਇਹ ਇਹਦੇ ਵਿਚਲੇ ਤੱਤ ਆਪਣੇ ਪੱਧਰ ਤੇ ਹੀ ਉਹਨੂੰ ਘਟਾ ਜਾਂਦੇ ਨੇ, ਯਾਨੀ ਕੁਝ ਐਕਸਟਰਾ ਦਵਾਈ ਦੀ ਲੋੜ ਨਹੀਂ। ਹੁਣ ਇਹ ਸਾਬਤ ਕੀਤਾ ਗਿਆ, 360 ਮਰੀਜ਼ਾਂ ਉੱਤੇ ਖੋਜ ਕੀਤੀ ਗਈ ਜੀ ਜਿਸ ਗਲਾਈਕੋਲੇਟਿਡ ਹੀਮੋਗਲੋਬਿਨ ਚੈੱਕ ਕੀਤਾ ਗਿਆ ਸੀ ਕਿ ਕਿੰਨੀ 2-3 ਮਹੀਨਿਆਂ ਵਿੱਚ ਕਿੰਨੀ ਕੁ ਸ਼ੱਕਰ ਦੀ ਮਾਤਰਾ ਕਾਬੂ 'ਚ ਰੱਖੀ ਗਈ। ਜੀ ਇਹ ਦੇਖਣ ਵਿੱਚ ਆਇਆ ਕਿ ਜਿਹੜੇ ਕਰੇਲਾ ਰੈਗੂਲਰ ਖਾ ਰਹੇ ਸਨ ਰੋਜ਼ ਦਾ ਇੱਕ, ਹੁਣ ਉਹ ਕਰੇਲੇ ਦੀ ਮਾਤਰਾ ਵੀ ਯਾਨੀ ਮੱਧਮ, ਜਿਹੜਾ ਨਾ ਬਹੁਤ ਲੰਬੇ ਵਾਲਾ ਨਾ ਬਹੁਤ ਛੋਟੇ ਵਾਲਾ, ਜੋ ਮੱਧਮ ਆਕਾਰ ਦਾ ਸੀ, ਉਹ ਕਰੇਲਾ ਇਹਨਾਂ ਨੂੰ ਭਾਵੇਂ ਉਹ ਭਰਵੇਂ ਤਰੀਕੇ ਖਾਧਾ ਗਿਆ, ਯਾਨੀ ਕੱਚਾ ਕਿਸੇ ਨੇ ਨਹੀਂ ਸੀ ਖਾਧਾ, ਜਾਂ ਉਹਨੂੰ ਤੁਸੀਂ ਸਬਜ਼ੀ ਵਾਂਗ ਬਣਾਇਆ, ਜਾਂ ਜੋ ਵੀ ਤੁਸੀਂ ਕੀਤਾ, ਉਹਨੂੰ ਭਰਵਾਂ ਬਣਾਉਣਾ ਜਾਂ ਵੈਸੇ ਲੈਣਾ ਕੱਟ ਕੇ, ਪਰ ਉਸ ਦਾ ਅਸਰ ਲਗਭਗ, ਯਾਨੀ ਜੇ ਤੁਸੀਂ ਕਹਿ ਲਓ ਕਿ ਛੋਟੀ ਕੌਲੀ ਇੱਕ ਜਿਹਦੇ ਵਿੱਚੋਂ ਆ ਜਾਵੇ, ਉਹਦੇ ਨਾਲ ਜੇ ਰੈਗੂਲਰ ਖਾਧਾ ਗਿਆ ਸੀ ਇਹਨਾਂ ਸਾਰਿਆਂ ਨੇ, 3 ਮਹੀਨੇ ਲਗਾਤਾਰ ਖਾਣ ਤੋਂ ਬਾਅਦ ਚੈੱਕ ਕੀਤਾ ਗਿਆ, ਇੱਕੋ ਜਿੰਨੀ ਦਵਾਈ, ਇੱਕੋ ਜਿੰਨਾ ਸਭ ਕੁਝ ਸੀ, ਪਰ ਜਿਨ੍ਹਾਂ ਨੇ ਕਰੇਲਾ ਨਾਲ ਖਾਧਾ ਸੀ ਉਹਨਾਂ ਦੀ ਗਲਾਈਕੋਲੇਟ ਹੀਮੋਗਲੋਬਿਨ ਬਹੁਤ ਜ਼ਿਆਦਾ ਘੱਟ ਸੀ, ਯਾਨੀ ਜੀ ਕੰਟਰੋਲ ਵਿੱਚ ਸੀ। ਜੀ ਮੈਡਮ, ਇੱਥੇ ਇੱਕ ਸਵਾਲ, ਇਹਦੇ ਵਿੱਚ ਜੀ ਇੱਕ ਸਵਾਲ ਜੀ ਇੱਥੇ ਲੈਣਾ ਚਾਹੁੰਦੇ ਆ ਜੀ। ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ, ਤਾਂ ਬਹੁਤ ਸਾਰੇ ਲੋਕਾਂ ਦੇ ਜ਼ਿਹਨ 'ਚ ਇਸ ਵੇਲੇ ਸਵਾਲ ਹੋਏਗਾ, ਕਿਉਂਕਿ ਅਸੀਂ ਤਾਂ ਸਿਰਫ ਇੱਕੋ ਤਰੀਕੇ ਨਾਲ ਕਰੇਲੇ ਦੀ ਸਬਜ਼ੀ ਉਸ ਨੂੰ ਖਾਇਆ ਹੋਏਗਾ ਜਾਂ ਫਿਰ ਉਸ ਦਾ ਜਿਹੜਾ ਸੇਵਨ ਉਹ ਕੀਤਾ ਹੋਏਗਾ, ਪਰ ਇਸ 'ਤੇ ਤੁਸੀਂ ਕਈ ਤਰੀਕੇ ਨਾਲ ਇਸ ਦੇ ਫਾਇਦੇ ਗਿਣਾਏ ਨੇ ਅਤੇ ਇਸ ਨੂੰ ਵਰਤਣ ਦੀ ਵਿਧੀਆਂ ਦੱਸੀਆਂ ਨੇ। ਇਹਦੇ ਨਾਲ ਹੀ ਇੱਕ ਚੀਜ਼ ਇਹ ਦੱਸ ਦਿਓ ਕਿ ਜੇ ਇਸ ਨੂੰ ਬਣਾਉਣਾ ਹੈ ਤਾਂ ਕਿਸ ਤਰੀਕੇ ਨਾਲ ਬਣਾਉਣਾ ਹੈ, ਕਿੰਨੀ ਕੁ ਮਾਤਰਾ ਨਾਲ ਹੋਣਾ ਚਾਹੀਦਾ, ਕੀ ਇਹਦੇ ਵਿੱਚ ਤੜਕਾ ਲਾਉਣਾ ਚਾਹੀਦਾ, ਨਹੀਂ ਲਾਉਣਾ ਚਾਹੀਦਾ, ਉਹ ਥੋੜ੍ਹਾ ਕਲੀਅਰ ਕਰ ਦਿਓ ਜੀ। ਦੇਖੋ, ਜੋ ਬਿਹਤਰੀਨ ਦੱਸਿਆ ਜੇ ਉਹਨਾਂ ਨੇ ਕਿਹਾ ਤੇ ਕੱਚਾ ਹੈ, ਪਰ ਉਹ ਜੀ ਨਾਮੁਮਕਿਨ ਹੀ ਹੈ ਬਹੁਤਿਆਂ ਵੱਲੋਂ ਖਾਣਾ। ਮੈਨੂੰ ਜੀ ਲੱਗਦਾ ਜੇ ਮੈਨੂੰ ਵੀ ਕੋਈ ਦਏ ਤਾਂ ਅਨਲੈਸ ਕਿ ਕੋਈ ਹੋਰ ਚਾਰਾ ਹੀ ਨਾ ਬਚੇ, ਨੱਕ ਮੂੰਹ ਤੋੜ ਕੇ ਖਾਣਾ ਪਵੇ ਤਾਂ ਥੋੜਾ ਜਿਹਾ ਖਾ ਕੇ, ਕਿਉਂਕਿ ਉਹਦਾ ਤੋਂ ਬਾਅਦ ਵੀ ਘੰਟਾ 2 ਘੰਟੇ ਤੱਕ ਗਲਾ ਇੰਨਾ ਜ਼ਹਿਰ ਵਰਗਾ ਕੌੜਾ ਹੁੰਦਾ ਕਿ ਤੁਸੀਂ ਕੁਝ ਹੋਰ ਖਾਣ ਜੋਗੇ ਨਹੀਂ ਹੁੰਦੇ, ਦਿਲ ਕੱਚਾ ਜਿਹਾ ਮਹਿਸੂਸ ਹੋਣ ਲੱਗ ਜਾਂਦਾ। ਸੋ ਜੀ ਇਸੇ ਲਈ ਬਹੁਤਿਆਂ ਨੇ ਇਸ ਖੋਜ ਵਿੱਚ ਇਹਨੂੰ ਖਾਣ ਤੋਂ ਨਾ ਕਰ ਦਿੱਤੀ ਸੀ, ਇਸੇ ਲਈ ਉਹਨਾਂ ਨੇ ਇਹਦੀ ਸਬਜ਼ੀ ਵਾਂਗ ਜਾਂ ਭਰਵਾਂ ਇਹਨੂੰ ਬਣਾ ਕੇ ਉਸ ਤਰੀਕੇ ਦਿੱਤੇ ਗਏ ਸਨ ਕਿ ਐਟਲੀਸਟ ਇਹ ਖਾਧੇ ਜਾਣ। ਤੇ ਜਿਨ੍ਹਾਂ ਨੇ ਖਾਧਾ ਵੈਸੇ ਵੀ, ਉਹ ਸ਼ਹਿਦ ਵਿੱਚ ਡੁਬੋ ਕੇ ਇਹਦੀਆਂ, ਜਿਵੇਂ 2 ਕਹਿ ਲਓ ਕਿ ਉਹ ਤੁਸੀਂ ਕੱਟ ਕੇ ਪੀਸ ਰੱਖੇ ਹੋਣ ਛੋਟੇ ਮੰਦ, ਤੇ ਉਹ ਸ਼ਹਿਦ ਵਿੱਚ ਜਾਂ ਜੈਤੂਨ ਦੇ ਤੇਲ 'ਚ ਡੁਬੋ ਕੇ ਸਿੱਧੇ ਇਸੇ ਤਰ੍ਹਾਂ ਫਟਾਫਟ ਕੱਚੇ ਖਾ ਗਏ। ਤੇ ਨਹੀਂ ਤਾਂ ਕਰੇਲੇ ਦਾ ਜੂਸ, ਮੈਂ ਸਪਸ਼ਟ ਕਰਦਿਆਂ, ਓਨਾ ਅਸਰਦਾਰ ਨਹੀਂ ਹੈ। ਜੀ ਮੈਂ ਖੋਜ ਦੀ ਸਿਰਫ ਗੱਲ ਕਰ ਰਹੀ ਹਾਂ, ਬਾਕੀ ਕਿਸੇ ਦੀ ਪਰਸਨਲ ਕੋਈ ਹੋ ਸਕਦੀ ਹੈ ਉਹਨੂੰ ਫਰਕ ਦਿਸਦਾ ਹੋਵੇ, ਜੀ ਕਿਉਂਕਿ ਬਹੁਤ ਚੀਜ਼ਾਂ ਤਾਂ ਸਾਡੇ ਦਿਮਾਗ ਵਿੱਚ ਨੇ, ਜਿਹਨੂੰ ਇਹ ਸੁਨੇਹਾ ਚਲਾ ਜਾਏ ਕਿ ਸਾਨੂੰ ਠੀਕ ਮੈਂ ਹੋ ਰਿਹਾ, ਤਾਂ ਉਸੇ ਸੁਨੇਹੇ ਨਾਲ ਹੀ ਠੀਕ ਹੋ ਜਾਂਦੇ ਨੇ, ਦਵਾਈ ਦਾ ਅਸਰ ਕਿਤੇ ਸ਼ੁਰੂ ਹੀ ਨਹੀਂ ਹੋਇਆ ਹੁੰਦਾ। ਸੋ ਜੀ ਇਸੇ ਲਈ ਜੋ ਇਸ ਖੋਜ ਵਿੱਚ ਜ਼ਿਕਰ ਹੋਇਆ, ਉਹਦੇ ਵਿੱਚ ਕਰੇਲੇ ਦੇ ਜੂਸ ਦਾ ਉਹਨਾਂ ਫਾਇਦਾ ਨਹੀਂ ਹੈ, ਤੇ ਨਾ ਜੀ ਸਾੜ ਕੇ ਉਹਨੂੰ, ਯਾਨੀ ਤਲ ਕੇ ਸਾੜ ਕੇ ਸੁਆਹ ਕਰ ਦਈਏ, ਉਦਾਂ ਵੀ ਨਹੀਂ ਹੈ। ਜੀ ਸੋ ਕਰੇਲੇ ਨੂੰ ਇਸੇ ਲਈ ਸਬਜ਼ੀ ਦੀ ਤੌਰ ਦੇ ਵਿੱਚ ਜਾਂ ਕੱਚੇ, 2 ਹੀ ਤਰੀਕੇ ਦੇ ਇਹਦੇ ਅਸਰ ਦਿਖਾਏ ਗਏ ਨੇ ਜੋ ਖੋਜ ਵਿੱਚ ਜ਼ਿਕਰ ਮਿਲਿਆ। ਜੀ ਜੀ ਇਹਦੇ ਵਿੱਚ ਇਹਨਾਂ ਨੇ ਜੋ ਉਸੇ ਖੋਜੀਆਂ ਦੇ ਵਿੱਚ ਇਹ ਵੀ ਦੇਖਿਆ, ਨਾ ਸਿਰਫ ਸ਼ੂਗਰ ਦਾ ਕੰਟਰੋਲ, ਬਲਕਿ ਉਹਨਾਂ ਦੇ ਕੋਲੈਸਟਰੋਲ ਦਾ ਵੀ ਮਾਤਰਾ ਬਹੁਤ ਘਟ ਗਈ ਸੀ, ਫ੍ਰੀ ਫੈਟੀ ਐਸਿਡ, ਐਂਟੀਆਕਸੀਡੈਂਟ, ਯਾਨੀ ਬਹੁਤ ਕੁਝ ਇਸ 'ਚ ਚੀਜ਼ਾਂ ਸੀ ਜਿਹੜੀਆਂ ਇਸ ਕਰੇਲੇ ਦੇ ਨਾਲ ਇੰਨਾ ਫਾਇਦਾ ਦਿਖਿਆ ਕਿ ਕਈ ਵਾਰ ਕੀ ਹੁੰਦਾ ਜੇ ਕਿ ਡਾਇਬਟੀਜ਼ ਨਾਲ ਜਦੋਂ ਹੋਰ ਅੰਗਾਂ ਦਾ ਵੀ ਨੁਕਸਾਨ ਹੋਣਾ ਸ਼ੁਰੂ ਹੋ ਗਿਆ ਹੋਏ, ਲੰਮੇ ਸਮੇਂ ਤੋਂ ਚੱਲ ਰਿਹਾ, ਤਾਂ ਉਹ ਕਰੇਲੇ ਦੇ ਨਾਲ ਉਸ ਚੀਜ਼ ਦਾ, ਜਿਹੜੇ ਬਾਕੀ ਅੰਗਾਂ ਦੇ ਨੁਕਸਾਨ ਵਿੱਚ ਵੀ ਰਫ਼ਤਾ ਕੁ ਸਪੀਡ ਵਿੱਚ ਘੱਟ ਹੋਈ ਦੇਖੀ ਹੈ। ਤੇ ਜੇ ਵਕਤ ਸਿਰ ਖਾਧੀ ਜਾਏ ਤਾਂ ਫਿਰ ਉਹਨਾਂ ਅੰਗਾਂ ਦਾ ਯਾਨੀ ਨੁਕਸਾਨ ਹੁੰਦਾ ਵੀ ਨਹੀਂ, ਜੇ ਹੋ ਚੁੱਕਿਆ ਤਾਂ ਅਸੀਂ ਨਹੀਂ ਰੋਕ ਸਕਦੇ, ਪਰ ਉਹਦੀ ਜਿਵੇਂ ਕਹਿ ਲਓ ਕਿ ਪ੍ਰੋਗਰੈਸ਼ਨ ਵਧੀ ਜਾਂਦੀ ਹੈ ਬਿਮਾਰੀ ਦੀ, ਉਹ ਸਪੀਡ ਜ਼ਰੂਰ ਘੱਟ ਹੋ ਸਕਦੀ ਹੈ। ਜੀ
ਮੈਮ ਅਖੀਰ ਦੇ ਵਿੱਚ ਇਹਦੇ ਨੁਕਸਾਨ ਵੀ ਤੁਸੀਂ ਦੱਸ ਦਿਓ ਕਿ ਇਸ ਨੂੰ ਕਿਸ ਤਰੀਕੇ ਨਾਲ ਨਹੀਂ ਖਾਣਾ ਚਾਹੀਦਾ, ਉਹ ਤਾਂ ਤੁਸੀਂ ਦੱਸੋਗੇ, ਨਾਲ ਹੀ ਨਾਲ ਤੁਹਾਡੇ ਵੱਲੋਂ ਜਿਹੜਾ ਸੁਨੇਹਾ ਹੋਏਗਾ ਉਹ ਵੀ ਸਾਡੇ ਲਈ ਬੜਾ ਜ਼ਰੂਰੀ ਹੋਏਗਾ, ਤੇ ਨਾਲ ਹੀ ਉਸ ਨੂੰ ਵੀ ਕਰ ਦਿਓ ਜੀ ਕੰਪਲੀਟ। ਜੀ ਦੇਖੋ, ਇਹ ਜਿਗਰ ਵਿਚਲੇ ਰਸ ਵਧਾਉਂਦਾ ਜੇ, ਸੋ ਜਿਨ੍ਹਾਂ ਨੂੰ ਭੁੱਖ ਸਹੀ ਨਾ ਲੱਗਦੀ ਹੋਏ ਉਹਨਾਂ ਲਈ ਤਾਂ ਇਹ ਬਿਹਤਰੀਨ ਹੈ ਹੀ ਹੈ। ਜੀ ਪਰ ਇਹਦੇ ਵਿੱਚ ਇੱਕ ਮੈਂ ਖਾਸ ਦੱਸਦਿਆਂ ਚੀਜ਼ ਕਿ ਗਰਭਵਤੀ ਔਰਤਾਂ ਲਈ ਬਾ ਕਮਾਲ ਹੈ। ਬੱਚਾ ਜੋ ਢਿੱਡ ਵਿੱਚ ਪਲ ਰਿਹਾ ਜੇ, ਇਹ ਵੀ ਖੋਜ ਹੋ ਚੁੱਕੀ ਕਿ ਉਹਨਾਂ ਦੇ ਨਾ ਸਿਰਫ ਆਪਣੀ ਜਿਨ੍ਹਾਂ ਨੂੰ ਹੋਏ ਬਲੱਡ ਪ੍ਰੈਸ਼ਰ ਕਾਬੂ ਵਿੱਚ, ਉਹਨਾਂ ਦੀ ਸ਼ੂਗਰ ਕਾਬੂ ਵਿੱਚ, ਬਲਕਿ ਫੋਲੇਟ ਇੰਨੀ ਮਾਤਰਾ ਵਿੱਚ ਹੈ ਕਿ ਭਰੂਣ ਦੇ ਜੋ ਦਿਮਾਗ ਦਾ ਤੇ ਉਹਦੀ ਰੀੜ੍ਹ ਦੀ ਹੱਡੀ ਦੇ ਵਿਕਾਸ ਵਿੱਚ ਵੀ ਬਹੁਤ ਕਮਾਲ ਦਾ ਅਸਰ ਦਿਖਾਉਂਦਾ ਜੇ, ਤੇ ਮਾਂ ਦਾ ਲਹੂ ਵੀ ਯਾਨੀ ਹੀਮੋਗਲੋਬਿਨ ਵੀ ਸਹੀ ਰੱਖਣ ਵਿੱਚ ਕਾਫੀ ਮਦਦਗਾਰ ਹੈ। ਸੋ ਸੋਚ ਲਓ ਕਿ ਇਹਦੀਆਂ ਕਿੰਨੇ ਫਾਇਦੇ। ਪਰ ਹੁਣ ਮੈਂ ਬਿਲਕੁਲ ਦੱਸ ਦਿਆਂ ਕਿ ਇਹਦੀ ਵਾਧੂ ਵਰਤੋਂ ਨਾ ਕਰਿਓ, ਪਰ ਲੇਟੈਸਟ ਡਰੱਗ ਜ਼ਰੂਰ ਮੈਂ ਕੁਝ ਮੈਨੂੰ 2-3 ਮਿੰਟ ਦੇ ਦੱਸਣਾ ਚਾਹੁੰਦੀ ਹਾਂ ਲਹੂ ਦੇ ਕੈਂਸਰ ਵਿੱਚ ਇਹਦੀ ਵਰਤੋਂ ਬਾਰੇ। ਜੀ ਇਹਦਾ ਖਾਸ ਖੋਜ ਦੇ ਵਿੱਚ ਜ਼ਿਕਰ ਸੀ, ਲਫ਼ਜ਼ ਵਰਤਿਆ ਗਿਆ ਸੀ ਕੁਦਰਤੀ ਕਰਿਸ਼ਮਾ। ਤੁਸੀਂ ਹੁਣ ਸੋਚ ਲਓ ਕਿ ਲਹੂ ਦੇ ਕੈਂਸਰ ਵਿੱਚ ਇਹਦਾ ਜਾਦੂਈ ਅਸਰ ਤਾਂ ਬਿਲਕੁਲ ਅਸੀਂ ਮੰਨ ਹੀ ਨਹੀਂ ਸਕਦੇ, ਕਿਉਂਕਿ ਲਹੂ ਦਾ ਕੈਂਸਰ ਜੇ ਹੋ ਚੁੱਕਿਆ ਹੈ। ਪਰ ਇਹਦੇ ਵਿੱਚ ਕੁਝ ਤੱਤ ਖਾਸ ਨੇ ਜਿਸ 'ਚ ਕੁਝ ਕਿਸਮ ਦੇ ਐਸਿਡ ਨੇ ਇਹਦੇ ਵਿੱਚ ਜਿਹੜੇ ਕੁਦਰਤੀ, ਉਹ ਇਹਦੇ ਅੰਦਰ ਲਾਲ ਸੈੱਲ ਨੂੰ ਜਿੱਥੇ ਉਹ ਵਧਾਉਂਦੇ ਨੇ, ਉੱਥੇ ਚਿੱਟੇ ਸੈੱਲਾਂ ਨੂੰ ਨਾਲੋਂ ਨਾਲ ਘਟਾ ਵੀ ਦਿੰਦੇ ਨੇ, ਜੋ ਕਿ ਕੈਂਸਰ ਦੇ ਮਰੀਜ਼ਾਂ 'ਚ ਜੇ ਦਵਾਈ ਚੱਲ ਰਹੀ ਹੋਵੇ ਤਾਂ ਨਾਲ ਇਸ ਦੇ ਇਸ ਵੇਲੇ ਕੈਪਸੂਲਸ ਦੇ ਦਿੱਤੇ ਜਾਂਦੇ ਨੇ, ਜਾਂ ਇਹਦੇ ਬੀਜਾਂ ਨੂੰ ਵੀ ਦਿੱਤਾ ਜਾ ਰਿਹਾ। ਸੋ ਇਹ ਸਟੱਡੀ ਹਾਲੇ ਜਾਰੀ ਹੈ, ਜਿਸ 'ਚ ਬਹੁਤ ਕਮਾਲ ਦੇ ਅਸਰ ਵੇਖਣ ਨੂੰ ਮਿਲ ਰਹੇ ਨੇ। ਜੀ ਹੁਣ ਆਪਾਂ ਦੱਸ ਦਈਏ ਕਿ ਕਿਤੇ ਬੋਰਾ ਭਰ ਕੇ ਨਾ ਸਾਰੇ ਕਰੇਲੇ ਖਾਣੇ ਸ਼ੁਰੂ ਕਰ ਦੇਣ। ਕੁਝ ਚੀਜ਼ਾਂ, ਕਿਉਂਕਿ ਜਿਹੜੇ ਅਸਰ ਜਿਹੜਾ ਕੈਂਸਰ ਦੇ ਸੈੱਲਾਂ ਤੱਕ ਨੂੰ ਪ੍ਰਭਾਵਿਤ ਕਰ ਰਿਹਾ ਹੋਏ ਨਵਜੰਮੇ ਬੱਚੇ ਨੂੰ, ਇਹਦਾ ਮਤਲਬ ਹੈ ਕਿ ਗੁਣਾਂ ਦੀ ਖਾਣ ਤਾਂ ਹੈ ਹੀ ਹੈ, ਪਰ ਇਸ ਵਿੱਚ ਇੱਕ ਜੋ ਸ਼ੱਕਰ ਦੀ ਕੁਦਰਤੀ ਤਰੀਕੇ ਤੇ ਮਾਤਰਾ ਘਟਾਉਂਦਾ ਜੇ। ਸੋ ਪਹਿਲੀ ਵਾਰਨਿੰਗ ਦੱਸਦੇ ਹਾਂ, ਜਿਸ ਦੇ ਸਰੀਰ ਅੰਦਰ ਸ਼ੱਕਰ ਦੀ ਮਾਤਰਾ ਘੱਟ ਹੁੰਦੀ ਹੋਵੇ, ਬਹੁਤ ਥਕਾਵਟ ਹੈ, ਤੁਹਾਨੂੰ ਲੱਗ ਰਿਹਾ ਵੀ ਸਵੇਰ ਦਾ ਖਾਧਾ ਵੀ ਨਹੀਂ, ਕੁਝ ਲੇਟ ਆ, ਜੀ ਰੱਬ ਦਾ ਵਾਸਤਾ ਜੇ ਉਦੋਂ ਕਰੇਲਾ ਨਾ ਖਾਇਓ। ਸਰੀਰ ਅੰਦਰ ਜਿੰਨੀ ਘਟੀ ਹੋਈ ਮਾਤਰਾ ਨੂੰ ਵੀ ਇਹ ਬਿਲਕੁਲ ਹੀ ਖਤਮ ਕਰ ਦੇਗਾ। ਚੱਕਰ ਖਾ ਕੇ ਡਿੱਗ ਸਕਦੇ ਹੋ, ਕੋਹ ਪੈ ਸਕਦੇ ਆ, ਏਦਾਂ ਕੋਹ ਪੈਣੀ, ਯਾਨੀ ਦਿਲ ਕੱਚਾ ਹੋਣਾ, ਚੱਕਰ ਆਉਣ ਲੱਗ ਜਾਣੇ, ਸਰੀਰ ਠੰਡਾ ਹੋ ਜਾਣਾ, ਸੋਚਣ ਸਮਝਣ ਦੀ ਸ਼ਕਤੀ ਨਾ ਰਹਿਣੀ, ਘਬਰਾਹਟ ਹੋਣ ਲੱਗ ਜਾਣੀ, ਪੈਨਿਕ ਅਟੈਕ ਤੱਕ ਆ ਜਾਣਾ। ਸੋ ਇਸ ਕਾਰਨ ਖਿਆਲ ਰੱਖਿਓ, ਜਦੋਂ ਤੁਸੀਂ ਬਹੁਤ ਜ਼ਿਆਦਾ ਭੁੱਖੇ ਹੋ ਜਾਂ ਤੁਹਾਨੂੰ ਦਿਸ ਰਿਹਾ ਸ਼ੱਕਰ ਦੀ ਮਾਤਰਾ ਘਟੀ ਹੋਈ, ਨਹੀਂ ਖਾਧਾ, ਉਦੋਂ ਕਰੇਲਾ ਨਹੀਂ ਖਾਣਾ। ਜੀ ਮੈਮ ਇੱਕ ਦੂਸਰੀ ਚੀਜ਼ ਗੱਲ ਵੀ ਦੱਸ ਦਿਆਂ, ਇੱਕ ਗੱਲ ਕਰੇਲੇ ਦੇ ਬੀਜ, ਜੀ ਇੱਕ ਜੀ ਮਿੰਟ ਸਿਰਫ ਮੈਂ ਜੀ ਮਾਤਰਾ ਜੀ ਦੱਸ ਦਿਆਂ, ਕਰੇਲੇ ਜੀ ਦੇ ਬੀਜ 1 ਚਮਚ ਤੋਂ ਵੱਧ ਕਦੇ ਨਹੀਂ, ਭਾਵੇਂ ਉਹ ਤੁਸੀਂ ਇਸ ਤਰ੍ਹਾਂ ਖਾ ਰਹੇ ਹੋ ਜਾਂ ਉਹ ਤੁਸੀਂ ਹਲਕੇ ਤਲ ਕੇ ਖਾਦੇ ਨੇ, ਜਾਂ ਤੁਸੀਂ ਜਿਵੇਂ ਵੀ ਲੈ ਰਹੇ ਹੋ, 1 ਚਮਚ ਤੋਂ ਵੱਧ ਕਦੇ ਵੀ ਨਹੀਂ। ਇਸ ਤੋਂ ਵੱਧ ਲੈਣ ਨਾਲ ਤੁਹਾਨੂੰ, ਅਸੀਂ ਕੇਸਿਸ ਸਾਹਮਣੇ ਇਸ ਖੋਜ ਵਿੱਚ ਹੀ ਆਏ ਸਨ ਕਿ 60 ਬੰਦਿਆਂ ਨੂੰ ਕਾਫੀ ਸੀਵੀਅਰ ਉਲਟੀਆਂ ਲੱਗ ਗਈਆਂ, ਜਿਸ ਕਾਰਨ ਕਈ ਵਾਰ ਕੁਝ ਜਣੇ ਬੇਹੋਸ਼ ਤੱਕ ਵੀ ਹੋ ਗਏ। ਸੋ ਖਿਆਲ ਰਵੇ, 1 ਚਮਚ ਸਿਰਫ, ਜੋ ਖੋਜ ਦੱਸਦੀ ਹੈ। ਜੀ ਤੁਸੀਂ ਕੁਝ ਹੋਰ ਪੁੱਛਣਾ ਚਾਹ ਰਹੇ? ਮੈਮ ਪਿਛਲੇ ਪ੍ਰੋਗਰਾਮ 'ਚ ਤੁਸੀਂ ਕਿਹਾ ਸੀ ਅਦਰਕ ਵਾਲੀ ਚਾਹ ਦਾ ਵੀ ਤੁਹਾਨੂੰ ਬੁਲਾ ਕੇ ਇੱਕ ਵਾਰੀ ਚਾਹ ਦਾ ਜਿਹੜਾ ਉਹ ਕੱਪ ਤੁਹਾਡੇ ਨਾਲ ਵੀ ਜ਼ਰੂਰ ਸਾਂਝਾ ਕੀਤਾ ਜਾਵੇ, ਪਰ ਅੱਜ ਇਸ ਪ੍ਰੋਗਰਾਮ 'ਚ ਨਹੀਂ ਤੁਸੀਂ ਕਿਹਾ ਕਿ ਕਰੇਲਾ ਜ਼ਰੂਰ ਤੁਹਾਡੇ ਨਾਲ ਸਾਂਝਾ ਕੀਤਾ ਜਾਵੇ। ਕਰੇਲਾ ਕੌੜਾ ਬਹੁਤ ਜੇ, ਮੈਂ ਉਹਦਾ ਜੀ ਜੂਸ ਨਹੀਂ ਜੇ ਪੀਣਾ ਨਾ। ਜੀ ਪਰ ਸੁਨੇਹਾ ਵੀ ਹੋ ਜੇ ਮੈਮ ਨਾਲ ਹੀ। ਜੀ 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 ਪਰ ਦੇਖੋ ਨਾ, ਇੱਕ ਹੋਰ ਚੀਜ਼ ਜ਼ਰੂਰ ਮੈਂ ਦੱਸ ਦਿਆਂ ਜੱਚਾ ਵਾਸਤੇ, ਕਿਉਂਕਿ ਮੈਂ ਗੱਲ ਕੀਤੀ ਸੀ ਜੀ ਬਹੁਤ ਫਾਇਦੇਮੰਦ ਹੈ ਉਹਦੇ ਲਈ। ਜੱਚਾ ਵਾਸਤੇ ਵੀ ਤੁਸੀਂ ਹਫ਼ਤੇ ਵਿੱਚ ਸਿਰਫ 3 ਵਾਰ ਇੱਕ ਮੱਧਮ ਮਤਲਬ ਛੋਟਾ ਜਿਹੜਾ ਵਿਚਕਾਰਲੀ ਮੇਲ ਦਾ ਜਿਹੜਾ ਕਰੇਲਾ, ਉਹੀ ਲੈਣਾ ਚਾਹੀਦਾ। ਲੋੜੋਂ ਵੱਧ ਖਾਣ ਨਾਲ ਕਈ ਵਾਰ ਇਹ ਇਹਦੇ ਜੋ ਅੰਦਰਲੀਆਂ ਜੋ ਨਸਾਂ ਹੁੰਦੀਆਂ, ਜੋ ਸੁੰਗੜ ਕੇ ਕਈ ਵਾਰ ਬੱਚੇਦਾਨੀ ਉਹਦਾ ਨੁਕਸਾਨ ਵੀ ਕਰ ਸਕਦੀਆਂ ਨੇ। ਤੇ ਇੱਕ ਲਾਸਟ ਵਾਰਨਿੰਗ, ਕਰੇਲੇ ਦੇ ਬੀਜ ਜ਼ਹਿਰੀਲੇ ਵੀ ਲੱਭੇ ਗਏ ਨੇ, ਤੇ ਇਹ ਜ਼ਹਿਰ ਨੰਦਪ੍ਰੀਤ ਜੀ ਅਸੀਂ ਆਪ ਪਾਇਆ ਜੇ। ਸੋ ਖਿਆਲ ਰੱਖਿਓ, ਕਰੇਲੇ ਦੇ ਉੱਤੇ ਜੇ ਤੁਸੀਂ
ਕਿਸੇ ਵੀ ਕਿਸਮ ਦਾ ਕੋਈ ਵੀ ਜ਼ਹਿਰ ਤਰੋਂਕ ਦਿੱਤਾ ਨਾ, ਤਾਂ ਉਹ ਸਾਡੇ ਅੰਦਰ ਜਾਣਾ ਹੀ ਜਾਣਾ ਜੀ। ਉਹਨੇ ਇਹ ਫਾਇਦੇ ਸਗੋਂ ਖੋ ਕੇ ਸਾਨੂੰ ਉਲਟਾ ਬਹੁਤ ਸਾਰੇ ਅਜਿਹੇ ਰੋਗ ਜਿਨ੍ਹਾਂ 'ਚ ਗੁਰਦੇ ਉੱਡ ਜਾਣੇ, ਜਿਗਰ ਉੱਡ ਜਾਣਾ, ਕੈਂਸਰ ਵਰਗੀ ਬਿਮਾਰੀ ਸਗੋਂ ਸ਼ੁਰੂ ਹੋ ਜਾਣੀ, ਉੱਥੇ ਤੱਕ ਵੀ ਲੈ ਜਾਣਗੇ। ਸੋ ਜਿਨ੍ਹਾਂ ਨੇ ਕਰੇਲੇ ਵਰਤਣੇ ਨੇ, ਬਹੁਤ ਸੌਖਾ ਜੇ, ਇੱਕ ਗਮਲਾ ਹੀ ਸਿਰਫ ਘਰ ਦੇ ਵਿੱਚ ਰੱਖਣਾ, ਉਸ 'ਚ ਲਾ ਲਿਆ ਕਰੋ ਵੇਲ, ਤੇ ਉਸੇ ਨੂੰ ਹੀ ਤੁਸੀਂ ਉਹਦੇ ਬੀਜਾਂ ਨੂੰ ਸੁਕਾ ਕੇ ਬਾਅਦ ਵਿੱਚ ਵੀ ਸਾਰੇ ਸਾਲ ਇਹ ਵਰਤ ਸਕਦੇ ਹੋ। ਪਰ ਖਿਆਲ ਰਹੇ, 1 ਚਮਚ ਤੋਂ ਵੱਧ ਕਦੇ ਵੀ ਨਹੀਂ, ਕਿਉਂਕਿ ਖੋਜ ਦੇ ਆਧਾਰ ਉੱਤੇ ਸਿਰਫ ਇੰਨੀ ਹੀ ਦਾ ਜ਼ਿਕਰ ਮਿਲਦਾ ਜੇ। ਪਰ ਸ਼ੱਕਰ ਰੋਗੀਆਂ ਨੂੰ ਤਾਂ ਮੈਂ ਚਾਹਾਂਗੀ ਆਪ ਹੀ ਅਜ਼ਮਾਓ, ਕਿ ਤੁਸੀਂ ਨਾਲ ਜੇ ਇਨਸੂਲਿਨ ਲਾ ਰਹੇ ਹੋ, ਤੁਸੀਂ ਆਪ ਦੇਖੋਗੇ, ਜੋ ਖੋਜ ਵੀ ਦੱਸਦੀ ਹੈ ਕਿ 3 ਮਹੀਨਿਆਂ ਦੇ ਅੰਦਰ ਅੰਦਰ ਤੁਹਾਡੇ ਇਨਸੂਲਿਨ ਦੀ ਮਾਤਰਾ ਅੱਧ ਤੋਂ ਵੀ ਥੱਲੇ ਪਹੁੰਚ ਜਾਣੀ ਹੈ। ਤੇ ਜੇ ਬਿਲਕੁਲ ਸ਼ੁਰੂਆਤੀ ਦੌਰ ਜੇ, ਤਾਂ ਇਸ ਦੇ ਨਾਲ ਇਹ ਵੀ ਵੇਖਿਆ ਗਿਆ ਕਿ ਸ਼ੱਕਰ ਜੇ ਤੁਸੀਂ ਕਿਸੇ ਵੀ ਕਿਸਮ ਦਾ ਗੁੜ, ਸ਼ਹਿਦ, ਖੰਡ ਜਾਂ ਸ਼ੱਕਰ ਨਹੀਂ ਲੈ ਰਹੇ, ਤਾਂ ਇਸੇ ਨਾਲ ਹੀ ਇਕੱਲੇ ਕਰੇਲੇ ਨਾਲ ਹੀ ਤੁਸੀਂ ਆਪਣੇ ਸਰੀਰ ਦੀ ਸ਼ੱਕਰ ਦੀ ਮਾਤਰਾ ਨਾਰਮਲ ਲਿਆ ਸਕਦੇ ਹੋ, ਇਸ ਬਿਮਾਰੀ ਨੂੰ ਜੜੋਂ ਕੱਢ ਸਕਦੇ ਹੋ। ਤੁਸੀਂ ਆਪੇ ਹੀ ਸੋਚ ਲਓ ਕਿ ਕਿੰਨੀ ਕਮਾਲ ਦੀ ਚੀਜ਼ ਕੁਦਰਤ ਨੇ ਕੁਦਰਤੀ ਇਨਸੂਲਿਨ ਬਣਾ ਕੇ ਸਾਨੂੰ ਭੇਜ ਛੱਡੀ ਜੇ। ਸੋ ਇਹ ਬਾ ਕਮਾਲ ਚੀਜ਼। ਸੋ ਜਦੋਂ ਤਾਂ ਭਰਵੇਂ ਕਰੇਲੇ ਬਣਾਏ ਹੋਣ ਨੰਦਪ੍ਰੀਤ ਜੀ, ਉਦੋਂ ਤਾਂ ਤੁਸੀਂ ਤੇ ਮੈਂ ਜ਼ਰੂਰ ਖਾਵਾਂਗੇ ਕਰੇਲੇ ਦਾ ਜੂਸ। ਕੱਚੇ ਨਹੀਂ ਕੱਚੇ ਨਹੀਂ ਖਾ ਸਕਦੇ ਜੀ। ਜੀ ਚਲੋ ਕੋਸ਼ਿਸ਼ ਕਰਾਂਗੇ ਮੈਮ ਕੱਚੇ ਵੀ ਖਾਣ ਦੀ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਸ਼ਾਇਦ ਉਸ ਤਰੀਕੇ ਨਾਲ ਇਹਦਾ ਕੋਈ ਫਾਇਦਾ ਉਹ ਸਾਡੇ ਦਰਸ਼ਕਾਂ ਨੂੰ, ਸਾਡੇ ਪਰਿਵਾਰਕ ਮੈਂਬਰਾਂ ਨੂੰ ਜ਼ਰੂਰ ਹੋਏਗਾ। ਤੇ ਤੁਸੀਂ ਇਹਨਾਂ ਰੁਝੇਵਿਆਂ ਦੇ ਵਿੱਚ ਵੀ ਸਾਡੇ ਲਈ ਸਮਾਂ ਕੱਢਦੇ ਹੋ। ਪ੍ਰਾਈਮ ਏਸ਼ੀਆ ਟੀਵੀ ਦੇ ਪਰਿਵਾਰਕ ਮੈਂਬਰਾਂ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ। ਜੀ ਤਾਂ ਇਸ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਨ ਦਾ ਵੇਲਾ ਹੋ ਚੱਲਿਆ, ਪਰ ਇਹ ਪ੍ਰੋਗਰਾਮ ਇੱਥੇ ਅਸੀਂ ਸਮਾਪਤ ਨਹੀਂ ਮੰਨਾਂਗੇ। ਤੁਹਾਡੇ ਸਵਾਲ, ਤੁਹਾਡੇ ਸੁਝਾਅ, ਉਹਨਾਂ ਦਾ ਸਾਨੂੰ ਇੰਤਜ਼ਾਰ ਰਹੇਗਾ। ਅਗਲੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਸਵਾਲਾਂ ਨੂੰ ਅਸੀਂ ਲੜੀ ਦੇ ਰੂਪ ਦੇ ਵਿੱਚ ਡਾਕਟਰ ਸਾਹਿਬ ਦੇ ਨਾਲ ਜ਼ਰੂਰ ਸਾਂਝੇ ਕਰਾਂਗੇ ਤੇ ਉਹਨਾਂ ਦੇ ਜਵਾਬ ਲੈਣ ਦੀ ਕੋਸ਼ਿਸ਼ ਕਰਾਂਗੇ। ਤਾਂ ਵੱਧ ਤੋਂ ਵੱਧ ਸਵਾਲ ਇਸ ਪ੍ਰੋਗਰਾਮ ਦੇ ਹੇਠਾਂ, ਜੇ ਤੁਸੀਂ YouTube ਤੇ ਦੇਖ ਰਹੇ ਹੋ ਜਾਂ Facebook ਤੇ ਦੇਖ ਰਹੇ ਹੋ, ਤਾਂ ਉੱਥੇ ਜ਼ਰੂਰ ਸਾਨੂੰ ਪੁੱਛਣਾ, ਜਾਂ ਫਿਰ ਪ੍ਰਾਈਮ ਏਸ਼ੀਆ ਟੀਵੀ ਦੀ ਈਮੇਲ ID ਦੇ ਉੱਤੇ ਤੁਸੀਂ ਆਪਣਾ ਜਿਹੜਾ ਸੁਨੇਹਾ ਉਹ ਸਾਨੂੰ ਜ਼ਰੂਰ ਭੇਜ ਸਕਦੇ ਹੋ। ਫਿਲਹਾਲ ਤੁਸੀਂ ਜੁੜੇ ਰਹਿਣਾ ਪ੍ਰਾਈਮ ਏਸ਼ੀਆ ਟੀਵੀ ਦੇ ਨਾਲ। ਮੈਨੂੰ ਨੰਦਪ੍ਰੀਤ ਸਿੰਘ ਨੂੰ ਦਿਓ ਇਜਾਜ਼ਤ। ਧੰਨਵਾਦ।